ਕਦੇ ਸੋਚਿਆ ਹੈ ਕਿ ਇੱਕ ਪੂਰੀ ਦੀ ਪੂਰੀ ਪਹਾੜੀ ਲੜੀ ਜੋ ਹਿਮਾਲਿਆ ਤੋਂ ਵੀ ਕਰੋੜਾਂ ਸਾਲ ਪੁਰਾਣੀ ਹੈ, ਸਾਡੀਆਂ ਅੱਖਾਂ ਦੇ ਸਾਹਮਣੇ ਗਾਇਬ ਹੋ ਸਕਦੀ ਹੈ? ਇਹ ਕੋਈ ਫਿਲਮ ਦੀ ਕਹਾਣੀ ਨਹੀਂ, ਇਹ ਹਕੀਕਤ ਹੈ। ਇਹ ਕਹਾਣੀ ਹੈ ਭਾਰਤ ਦੇ ਸਭ ਤੋਂ ਪੁਰਾਣੇ ਪਹਿਰੇਦਾਰ ਅਰਾਵਲੀ ਦੀ, ਤੇ ਅੱਜ ਅਸੀਂ ਇਸ ਦੇ ਅਲੋਪ ਹੋਣ ਪਿੱਛੇ ਦਾ ਸੱਚ ਜਾਣਾਂਗੇ। ਸਵਾਲ ਤਾਂ ਇਹ ਹੈ ਨਾ, ਕਿ ਆਖਿਰ 2 ਅਰਬ ਸਾਲ ਪੁਰਾਣੀ ਧਰਤੀ ਦੇ ਇਤਿਹਾਸ ਦੀ ਗਵਾਹ ਇੱਕ ਪੂਰੀ ਪਰਬਤ ਲੜੀ ਨੂੰ ਸਾਡੇ ਜ਼ਮਾਨੇ ਵਿੱਚ ਕਿਵੇਂ ਮਿਟਾਇਆ ਜਾ ਸਕਦਾ ਹੈ? ਇਸ ਰਹੱਸ ਨੂੰ ਸਮਝਣ ਲਈ ਚਲੋ ਪਹਿਲਾਂ ਇਹ ਜਾਣਦੇ ਹਾਂ ਕਿ ਅਰਾਵਲੀ ਅਸਲ ਵਿੱਚ ਹੈ ਕੀ ਤੇ ਕਿੰਨੀ ਅਹਿਮ ਹੈ। ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਅਰਾਵਲੀ ਸਿਰਫ ਪਹਾੜਾਂ ਦਾ ਝੁੰਡ ਨਹੀਂ, ਸਗੋਂ ਇੱਕ ਜਿਉਂਦਾ ਜਾਗਦਾ ਇਤਿਹਾਸ ਹੈ। ਇਹ ਧਰਤੀ ਤੇ ਮੌਜੂਦ ਸਭ ਤੋਂ ਪੁਰਾਣੀਆਂ ਚੀਜ਼ਾਂ ਵਿੱਚੋਂ ਇੱਕ ਹੈ। ਇਸ ਨੂੰ ਇਸ ਤਰ੍ਹਾਂ ਸਮਝੋ, ਜਦੋਂ ਅਸੀਂ ਹਿਮਾਲਿਆ ਦਾ ਨਾਂ ਲੈਂਦੇ ਹਾਂ ਤਾਂ ਉੱਚੇ-ਉੱਚੇ ਪਹਾੜ ਦਿਮਾਗ ਵਿੱਚ ਆਉਂਦੇ ਹਨ, ਪਰ ਉਹ ਤਾਂ ਸਿਰਫ 4 ਤੋਂ 5 ਕਰੋੜ ਸਾਲ ਹੀ ਪੁਰਾਣੇ ਹਨ। ਦੂਜੇ ਪਾਸੇ ਅਰਾਵਲੀ ਲਗਭਗ 2 ਅਰਬ ਸਾਲ ਪੁਰਾਣੀ ਹੈ, ਯਾਨੀ ਹਿਮਾਲਿਆ ਤੋਂ ਕਿਤੇ ਜ਼ਿਆਦਾ ਪੁਰਾਣੀ। ਇਹ ਇੱਕ ਬਜ਼ੁਰਗ ਪਰਬਤ ਲੜੀ ਹੈ ਜੋ ਸਮੇਂ ਦੇ ਨਾਲ ਹੌਲੀ-ਹੌਲੀ ਖੁਰ ਗਈ ਹੈ, ਜਦਕਿ ਹਿਮਾਲਿਆ ਹਾਲੇ ਵੀ ਜਵਾਨ ਹੈ ਤੇ ਉੱਚਾ ਹੋ ਰਿਹਾ ਹੈ। ਤੇ ਹਾਂ, ਇਹ ਕੋਈ ਛੋਟੀ-ਮੋਟੀ ਲੜੀ ਨਹੀਂ, ਪੂਰੇ 800 ਕਿਲੋਮੀਟਰ ਲੰਬੀ ਹੈ। ਇਹ ਗੁਜਰਾਤ ਤੋਂ ਸ਼ੁਰੂ ਹੋ ਕੇ ਰਾਜਸਥਾਨ, ਹਰਿਆਣਾ ਹੁੰਦੀ ਹੋਈ ਦਿੱਲੀ ਤੱਕ ਫੈਲੀ ਹੋਈ ਹੈ। ਇੱਕ ਤਰ੍ਹਾਂ ਨਾਲ ਭਾਰਤ ਦੇ ਇਸ ਵੱਡੇ ਹਿੱਸੇ ਦੀ ਰੀੜ੍ਹ ਦੀ ਹੱਡੀ ਹੈ ਇਹ। ਤੇ ਇਸ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਓ ਕਿ ਭਾਰਤ ਦੀ ਸੱਤਾ ਦਾ ਕੇਂਦਰ ਯਾਨੀ ਸਾਡਾ ਰਾਸ਼ਟਰਪਤੀ ਭਵਨ ਤੇ ਸੰਸਦ ਇਸੇ ਪੁਰਾਣੀ ਲੜੀ ਦੇ ਇੱਕ ਹਿੱਸੇ ਰਾਇਸੀਨਾ ਹਿੱਲ ਤੇ ਬਣਿਆ ਹੋਇਆ ਹੈ। ਸੋਚਣ ਵਾਲੀ ਗੱਲ ਹੈ ਕਿ ਜਿਸ ਨੀਂਹ ਤੇ ਦੇਸ਼ ਦੀ ਪੂਰੀ ਸੱਤਾ ਖੜੀ ਹੈ, ਅੱਜ ਉਹੀ ਨੀਂਹ ਖਤਰੇ ਵਿੱਚ ਹੈ। ਤਾਂ ਫਿਰ ਇੰਨੀ ਵੱਡੀ, ਇੰਨੀ ਪੁਰਾਣੀ ਪਰਬਤ ਲੜੀ ਆਖਿਰ ਗਾਇਬ ਹੋ ਕਿਵੇਂ ਰਹੀ ਹੈ? ਜਵਾਬ ਹੈਰਾਨੀ ਦੀ ਗੱਲ ਹੈ। ਪਹਾੜਾਂ ਤੇ ਨਹੀਂ, ਸਗੋਂ ਕਾਗਜ਼ਾਂ ਵਿੱਚ ਤੇ ਇੱਕ ਕਾਨੂੰਨੀ ਨਿਯਮ ਵਿੱਚ ਲੁਕਿਆ ਹੋਇਆ ਹੈ। ਆਹ ਸਾਰੀ ਗੜਬੜ ਦੀ ਜੜ 100 ਮੀਟਰ ਦਾ ਨਿਯਮ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇ ਕੋਈ ਪਹਾੜੀ 100 ਮੀਟਰ ਤੋਂ 1 ਇੰਚ ਵੀ ਘੱਟ ਉੱਚੀ ਹੈ ਤਾਂ ਕਾਗਜ਼ਾਂ ਦੇ ਹਿਸਾਬ ਨਾਲ ਉਹ ਹੁਣ ਅਰਾਵਲੀ ਦਾ ਹਿੱਸਾ ਨਹੀਂ ਰਹੀ। ਭਾਵੇਂ ਉਹ ਸਦੀਆਂ ਤੋਂ ਉੱਥੇ ਖੜੀ ਹੋਵੇ, ਪਰ ਕਾਨੂੰਨ ਦੀਆਂ ਨਜ਼ਰਾਂ 'ਚ ਉਸ ਦੀ ਪਛਾਣ ਹੀ ਖਤਮ ਕਰ ਦਿੱਤੀ ਗਈ ਹੈ। ਤੇ ਇਸ ਦਾ ਅਸਰ ਕੀ ਹੋਇਆ? 2018 ਦੀ ਇੱਕ ਰਿਪੋਰਟ ਨੇ ਦੱਸਿਆ ਕਿ ਰਾਜਸਥਾਨ ਵਿੱਚ 31 ਪਹਾੜੀਆਂ ਪੂਰੀ ਤਰ੍ਹਾਂ ਗਾਇਬ ਹੋ ਚੁੱਕੀਆਂ ਸਨ। ਇਹ ਪੂਰੇ ਰਾਜ ਵਿੱਚ ਅਰਾਵਲੀ ਦਾ ਲਗਭਗ 25% ਹਿੱਸਾ ਸੀ, ਜੋ ਪਿਛਲੇ 50 ਸਾਲਾਂ ਵਿੱਚ ਇਨਸਾਨੀ ਕੰਮਾਂ ਕਰਕੇ ਮਿੱਟੀ ਵਿੱਚ ਮਿਲ ਗਿਆ। ਇਹ ਸਿਰਫ ਕਾਗਜ਼ੀ ਖੇਡ ਨਹੀਂ, ਇਹ ਜ਼ਮੀਨੀ ਹਕੀਕਤ। ਨਤੀਜਾ ਦੇਖੋ, ਇਸ ਇੱਕ ਨਿਯਮ ਨੇ ਅਰਾਵਲੀ ਦੇ ਲਗਭਗ 90% ਹਿੱਸੇ ਨੂੰ ਕਾਨੂੰਨੀ ਸੁਰੱਖਿਆ ਤੋਂ ਬਾਹਰ ਕਰ ਦਿੱਤਾ। ਮਤਲਬ ਖਨਨ ਮਾਫੀਆ ਤੇ ਬਿਲਡਰਾਂ ਲਈ ਇੱਕ ਬਹੁਤ ਵੱਡਾ ਇਲਾਕਾ ਖੁੱਲ ਗਿਆ। ਇਹ ਤਾਂ ਇੰਜ ਹੈ ਜਿਵੇਂ ਕਿਸੇ ਨੇ ਪਹਾੜੀਆਂ ਨੂੰ ਪੁੱਟਣ ਦਾ ਖੁੱਲ੍ਹਾ ਲਾਇਸੈਂਸ ਦੇ ਦਿੱਤਾ ਹੋਵੇ। ਹੁਣ ਕੋਈ ਕਹਿ ਸਕਦਾ ਹੈ ਤਾਂ ਕੀ ਹੋਇਆ, ਕੁਝ ਪਹਾੜੀਆਂ ਹੀ ਤਾਂ ਹਨ। ਪਰ ਨਹੀਂ, ਗੱਲ ਇਸ ਤੋਂ ਕਿਤੇ ਜ਼ਿਆਦਾ ਗੰਭੀਰ ਹੈ। ਅਰਾਵਲੀ ਦਾ ਖਤਮ ਹੋਣਾ ਇੱਕ ਡੋਮਿਨੋ ਇਫੈਕਟ ਸ਼ੁਰੂ ਕਰ ਰਿਹਾ ਹੈ, ਜਿਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ। ਦੇਖੋ, ਅਰਾਵਲੀ ਸਿਰਫ ਪੱਥਰ ਨਹੀਂ ਹੈ, ਇਹ ਇੱਕ ਕੁਦਰਤੀ ਦੀਵਾਰ ਹੈ ਜੋ ਥਾਰ ਦੇ ਮਾਰੂਥਲ ਨੂੰ ਅੱਗੇ ਵਧਣ ਤੋਂ ਰੋਕਦੀ ਹੈ। ਇਹ ਦਿੱਲੀ NCR ਲਈ ਫੇਫੜਿਆਂ ਦਾ ਕੰਮ ਕਰਦੀ ਹੈ, ਪ੍ਰਦੂਸ਼ਿਤ ਹਵਾ ਨੂੰ ਸਾਫ਼ ਕਰਦੀ ਹੈ। ਇਹ ਜ਼ਮੀਨ ਹੇਠਲੇ ਪਾਣੀ ਨੂੰ ਰੀਚਾਰਜ ਕਰਦੀ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਪਾਣੀ ਮਿਲਦਾ ਹੈ। ਇਹ ਤਾਂ ਇੱਕ ਪੂਰਾ ਈਕੋਸਿਸਟਮ ਹੈ। ਮਾਹਿਰ ਚੇਤਾਵਨੀ ਦੇ ਰਹੇ ਨੇ ਕਿ ਜੇ ਅਰਾਵਲੀ ਨਾ ਰਹੀ ਤਾਂ ਥਾਰ ਮਾਰੂਥਲ ਦੀ ਰੇਤ ਸਿੱਧੀ ਦਿੱਲੀ ਪਹੁੰਚੇਗੀ। ਤੇ ਗੱਲ ਇੱਥੇ ਖਤਮ ਨਹੀਂ ਹੁੰਦੀ। ਇਹੀ ਰੇਤ ਹਵਾ ਦੇ ਨਾਲ ਉੱਡ ਕੇ ਹਿਮਾਲਿਆ ਦੇ ਗਲੇਸ਼ੀਅਰਾਂ ਤੇ ਜੰਮ ਜਾਵੇਗੀ। ਕਾਲੀ ਰੇਤ ਜ਼ਿਆਦਾ ਗਰਮੀ ਸੋਖਦੀ ਹੈ, ਜਿਸ ਕਰਕੇ ਗਲੇਸ਼ੀਅਰ ਤੇਜ਼ੀ ਨਾਲ ਪਿਘਲਣਗੇ ਤੇ ਨਤੀਜੇ ਵਜੋਂ ਉੱਤਰੀ ਭਾਰਤ ਵਿੱਚ ਭਿਆਨਕ ਹੜ੍ਹ ਆ ਸਕਦੇ ਹਨ। ਤਾਂ ਸਵਾਲ ਇਹ ਹੈ ਕਿ ਇਹ ਸਭ ਦੇ ਪਿੱਛੇ ਕੌਣ ਹੈ ਤੇ ਕਿਉਂ? ਇਸ ਮਾਮਲੇ ਵਿੱਚ ਕਈ ਖਿਡਾਰੀ ਸ਼ਾਮਲ ਹਨ ਤੇ ਸਾਰਿਆਂ ਦੇ ਆਪਣੇ-ਆਪਣੇ ਹਿੱਤ ਹਨ। ਆਓ ਬਿਨਾਂ ਕਿਸੇ ਦਾ ਪੱਖ ਲਏ ਸਥਿਤੀ ਨੂੰ ਸਮਝੀਏ। ਇੱਕ ਪਾਸੇ ਮਾਈਨਿੰਗ ਮਾਫੀਆ ਹੈ ਜੋ ਗੈਰ ਕਾਨੂੰਨੀ ਢੰਗ ਨਾਲ ਪਹਾੜਾਂ ਨੂੰ ਖੋਦ ਰਿਹਾ ਹੈ। ਦੂਜੇ ਪਾਸੇ ਰਾਜ ਸਰਕਾਰਾਂ ਹਨ ਜਿਨ੍ਹਾਂ ਨੂੰ ਇਸ ਖਨਨ ਤੋਂ ਸਾਲਾਨਾ ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਹੁੰਦੀ ਹੈ। ਸਿਆਸੀ ਵਿਰੋਧੀ ਧਿਰ ਇਲਜ਼ਾਮ ਲਗਾ ਰਹੀ ਹੈ ਕਿ ਨਿਯਮ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਬਦਲੇ ਗਏ ਹਨ ਤੇ ਵਾਤਾਵਰਣ ਲਈ ਲੜਨ ਵਾਲੇ ਕਾਰਕੁਨ ਕਹਿ ਰਹੇ ਨੇ ਕਿ ਇਹ ਸਿੱਧਾ ਕਾਨੂੰਨ ਲਾਗੂ ਕਰਨ ਵਿੱਚ ਸਰਕਾਰਾਂ ਦੀ ਨਾਕਾਮੀ ਹੈ। ਮਹਾਤਮਾ ਗਾਂਧੀ ਦੀ ਇਹ ਗੱਲ ਅੱਜ ਦੀ ਸਥਿਤੀ ਤੇ ਬਿਲਕੁਲ ਸਹੀ ਬੈਠਦੀ ਹੈ। ਅਰਾਵਲੀ ਸਦੀਆਂ ਤੋਂ ਸਾਡੀਆਂ ਲੋੜਾਂ ਪੂਰੀਆਂ ਕਰਦੀ ਆਈ ਹੈ, ਪਰ ਹੁਣ ਉਹ ਕੁਝ ਲੋਕਾਂ ਦੇ ਲਾਲਚ ਦਾ ਸ਼ਿਕਾਰ ਹੋ ਰਹੀ ਹੈ। ਤਾਂ ਫਿਰ ਅਸਲ ਸਮੱਸਿਆ ਕੀ ਹੈ? ਇਸ ਸਾਰੀ ਕਹਾਣੀ ਦਾ ਸਿੱਟਾ ਕੀ ਨਿਕਲਦਾ ਹੈ?
ਅਖੀਰ ਵਿੱਚ ਸਭ ਤੋਂ ਵੱਡਾ ਸੱਚ ਇਹੀ ਹੈ ਕਿ ਭਾਰਤ ਵਿੱਚ ਵਾਤਾਵਰਣ ਨੂੰ ਬਚਾਉਣ ਲਈ ਕਾਨੂੰਨਾਂ ਦੀ ਕੋਈ ਕਮੀ ਨਹੀਂ ਹੈ। ਅਸਲ ਸਮੱਸਿਆ ਹੈ ਉਹਨਾਂ ਨੂੰ ਲਾਗੂ ਕਰਨ ਦੀ। ਇਹ ਸਿਆਸੀ ਇੱਛਾ ਸ਼ਕਤੀ ਦੀ ਘਾਟ ਹੈ ਤੇ ਉਸ ਸੋਚ ਦੀ ਕਹਾਣੀ ਹੈ ਜੋ ਧਰਤੀ ਦੀ ਪਰਵਾਹ ਕੀਤੇ ਬਿਨਾਂ ਸਿਰਫ ਥੋੜੇ ਸਮੇਂ ਦੇ ਮੁਨਾਫੇ ਨੂੰ ਦੇਖਦੀ ਹੈ। ਇਸ ਸਾਰੀ ਗੱਲਬਾਤ ਤੋਂ ਬਾਅਦ ਆਓ ਇੱਕ ਸਵਾਲ ਤੇ ਗੌਰ ਕਰੀਏ। ਜੋ ਵੀ ਅਸੀਂ ਹੁਣ ਤੱਕ ਅਰਾਵਲੀ ਦੀਆਂ ਵਾਤਾਵਰਣਕ ਭੂਮਿਕਾਵਾਂ ਬਾਰੇ ਜਾਣਿਆ ਹੈ, ਉਸ ਦੇ ਹਿਸਾਬ ਨਾਲ ਇਹਨਾਂ ਵਿੱਚੋਂ ਸਹੀ ਜਵਾਬ ਕੀ ਹੋ ਸਕਦਾ ਹੈ? ਇਹ ਸਿਰਫ ਇੱਕ ਸਵਾਲ ਨਹੀਂ ਹੈ, ਇਹ ਇੱਕ ਯਾਦ ਦਿਲਾਉਂਦਾ ਹੈ ਕਿ ਜਾਣਕਾਰੀ ਤੇ ਜਾਗਰੂਕਤਾ ਹੀ ਇਸ ਪੁਰਾਣੇ ਪਹਿਰੇਦਾਰ ਨੂੰ ਬਚਾਉਣ ਵੱਲ ਪਹਿਲਾ ਕਦਮ ਹੈ। ਸੋਚੋ ਇਸ ਬਾਰੇ।